ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੀ ਪੁਲਿਸ ਕਰਾਤੀ ਹੈ। ਜਿਹੜੀ ਰਿਪੋਰਟ ਹੈ ਉਹਦੇ ਅੰਦਰ ਇਹ ਵੀ ਗੱਲ ਕਹੀ ਗਈ ਹੈ ਵੀ ਭੋਲੇ ਭਾਲੇ ਲੋਕਾਂ ਦੇ ਉੱਤੇ ਝੂਠੇ ਮੁੱਠੇ ਪਰਚੇ ਪਾ ਦੇਣੇ, ਬਲੈਕਮੇਲਿੰਗ ਕਰਨੀ ਤੇ ਨਾਲ ਉਹਨਾਂ ਤੋਂ ਐਕਸਟੋਰਸ਼ਨ ਕਰਨੀ। ਜੇ ਪੁਲਿਸ ਦੇ ਅੰਦਰ ਹੀ ਇਹੋ ਜਿਹੇ ਐਲੀਮੈਂਟ ਮੌਜੂਦ ਨੇ ਤਾਂ ਲੋਕ ਸਿਸਟਮ ਨੂੰ ਟਰਸਟ ਕਿਵੇਂ ਕਰਨਗੇ, ਪੁਲਿਸ ਤੇ ਵਿਸ਼ਵਾਸ ਕਿਵੇਂ ਕਰਨਗੇ? ਕਿਉਂਕਿ ਜਿੱਥੇ ਤੱਕ ਰਾਜਜੀਤ ਸਿੰਘ ਦੀ ਬਰਖਾਸਤਗੀ ਤੇ ਇਸ ਨੂੰ ਇਸਦੇ ਪ੍ਰਾਪਤੀ ਦੇ ਰੂਪ ਵਿੱਚ ਦਰਸਾਉਣ ਦੀ ਗੱਲ ਹੈ, ਇਹ ਕੋਈ ਪ੍ਰਾਪਤੀ ਨਹੀਂ ਹੈ। 2018 ਦੇ ਵਿੱਚ ਪੰਜਾਬ ਦੀ ਜਿਹੜੀ ਡਰੱਗ ਟਾਸਕ ਫੋਰਸ ਸੀ ਉਸਨੇ ਇੰਨਾ ਕੰਮ ਕਰ ਚੁੱਕਾ ਸੀ। ਜੇ ਹਾਈ ਕੋਰਟ ਨਾ ਜਾਂਦਾ ਤਾਂ ਮਸਲਾ ਖਤਮ ਸੀਗਾ। ਸੋ ਇਹ ਕੰਮ ਤਾਂ 2018 ਵਿੱਚ ਹੋ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਤੇ ਹੋ ਚੁੱਕਾ ਸੀ ਇੱਕ ਤਰੀਕੇ ਨਾਲ। ਜੇ ਕਾਨੂੰਨੀ ਅੜਚਨਾਂ ਨਾ ਪਾਈਆਂ ਜਾਂਦੀਆਂ, ਅੜਿੱਕੇ ਨਾ ਪਾਏ ਜਾਂਦੇ, ਕੱਲਾ ਰਾਜਜੀਤ ਸਿੰਘ ਹੀ ਰਡਾਰ ਤੇ ਆਏਗਾ। ਕੱਲਾ ਇੱਕ ਹੀ AIG ਹੈ ਪੰਜਾਬ ਦੇ, ਵੱਖ-ਵੱਖ AIG DIG ਜਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ SSP ਉਹਨਾਂ ਦਿਨਾਂ ਦੇ ਵਿੱਚ ਸਮਿਆਂ ਦੇ ਵਿੱਚ ਤੈਨਾਤ ਰਹੇ, ਕੀ ਤੁਸੀਂ ਉਹਨਾਂ ਦੇ ਉੱਤੇ ਅੱਜ ਹੱਥ ਪਾਉਣ ਦੀ ਹਿੰਮਤ ਰੱਖਦੇ ਹੋ? ਜੋ ਸਰਕਾਰ ਦੇ ਹਾਵ-ਭਾਵ ਲੱਗ ਰਹੇ ਹੈਗੇ ਆ ਵੀ ਉਹ ਜਲੰਧਰ ਚੋਣ 'ਚ ਇਸ ਮੁੱਦੇ ਨੂੰ ਲੈ ਕੇ ਜਾਣਗੇ ਤੇ ਇਹਨੂੰ ਆਪਣੀ ਪ੍ਰਾਪਤੀ ਦੱਸਣਗੇ ਵੀ ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਦੇਖੋ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ। ਡਰੱਗਸ ਦਾ ਮੁੱਦਾ ਪੰਜਾਬ 'ਚ ਬਹੁਤ ਵੱਡਾ ਮੁੱਦਾ ਹੈਗਾ। ਕੀ ਇਸ ਮੁੱਦੇ ਨਾਲ, ਇਸ ਸੈਲਿੰਗ ਪੁਆਇੰਟ ਨਾਲ ਉਹ ਵੋਟਾਂ ਨੂੰ ਤਬਦੀਲ ਕਰਾ ਸਕਣਗੇ? ਟ੍ਰੈਜੇਡੀ ਇਹੀ ਹੈ, ਤਰਾਸਦੀ ਇਹੀ ਹੈ ਕਿ ਸਰਕਾਰਾਂ ਯੂਨੀਕ ਸੈਲਿੰਗ ਪੁਆਇੰਟਸ ਉੱਤੇ ਖੇਡ ਰਹੀਆਂ ਨੇ। ਚੋਣਾਂ ਆਉਂਦੀਆਂ ਨੇ, ਚੋਣਾਂ ਤੋਂ ਪਹਿਲਾਂ ਫੈਸਲੇ ਹੋ ਜਾਂਦੇ ਨੇ, ਨਤੀਜਿਆਂ ਤੇ ਪਹੁੰਚਦੀਆਂ ਸਰਕਾਰਾਂ। ਇੰਦਰਜੀਤ ਦੀਆਂ ਮਿੰਟਾਂ ਸਕਿੰਟਾਂ 'ਚ ਬਦਲੀਆਂ ਹੋ ਜਾਂਦੀਆਂ ਸੀ ਜਾਂ ਰਾਜਜੀਤ ਨੂੰ ਵੀ ਪ੍ਰੋਟੈਕਸ਼ਨ ਮਿਲ ਰਹੀ ਸੀ, ਕਿਸੇ ਦੀ ਪੈਟਰੋਨੇਜ ਤਾਂ ਦੋਨਾਂ ਨੂੰ ਹੀ ਸੀਗੀ। ਤਾਂ ਇੱਕ ਸਵਾਲ ਹੋਰ ਵੀ ਵੱਡਾ ਹੈ ਕਿ ਇਸ 'ਚ ਹੋਰ ਕਿਹੜੇ ਵੱਡੇ ਅਫਸਰ ਇਨਵੋਲਵ ਹੋ ਸਕਦੇ ਨੇ ਤੇ ਜਿਹੜਾ ਸਾਰਾ ਪੈਸਾ ਹੈ ਇਹ ਕਿੱਥੇ ਵਰਤਿਆ ਜਾ ਰਿਹਾ ਸੀ, ਕੌਣ ਇਹਨੂੰ ਯੂਜ਼ ਕਰ ਰਿਹਾ ਸੀ? ਇਕੱਲਾ ਇਹ ਇੰਸਪੈਕਟਰ ਇੰਦਰਜੀਤ ਜਾਂ ਰਾਜਜੀਤ ਤੱਕ ਹੀ ਸੀਮਤ ਸੀ ਕਿ ਉੱਤੇ ਤੱਕ ਵੀ ਜਾ ਰਿਹਾ ਸੀ? ਉਹ ਫੜਿਆ ਗਿਆ, ਆਪਣੇ ਘਰੋਂ ਦੇ ਕੇ 47 ਅਸੌਲਟ ਰਾਈਫਲਾਂ ਮਿਲਦੀਆਂ ਨੇ, 7 ਕਿਲੋ ਦੇ ਆਸ-ਪਾਸ ਡਰੱਗਸ ਮਿਲਦੀ ਹੈ, ਸਮੈਕ ਮਿਲਦੀ ਹੈ, ਹੈਰੋਇਨ ਮਿਲਦੀ ਹੈ, ਹੋਰ ਨਸ਼ੀਲੀ ਗੋਲੀਆਂ ਮਿਲਦੀਆਂ। ਇਹ ਸਾਰਾ ਦਾ ਸਾਰਾ ਉਸ ਕੋਲੋਂ ਰਿਕਵਰੀ ਹੁੰਦੀ ਹੈ। ਵੱਖ-ਵੱਖ ਮੁੱਦਿਆਂ ਤੇ ਘਿਰੀ ਪੰਜਾਬ ਸਰਕਾਰ ਨੇ ਜਲੰਧਰ ਬਾਈ ਇਲੈਕਸ਼ਨ ਤੋਂ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਦੇ ਅੰਦਰ ਇੱਕ ਵੱਡਾ ਤੇ ਸਟਰੋਂਗ ਐਕਸ਼ਨ ਲਿਆ ਹੈ। AIG ਰਾਜਜੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਅੱਜ ਦੇ ਸੈਗਮੈਂਟ 'ਚ ਇਸ ਇਸ਼ੂ ਬਾਰੇ ਕਰਾਂਗੇ ਗੱਲਬਾਤ। ਮੈਂ ਹਾਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਨੇ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਆਪਾਂ ਲਾਸਟ ਸੈਗਮੈਂਟ ਜਦੋਂ ਨਸ਼ਾ ਤਸਕਰੀ ਦੇ ਉੱਤੇ ਕੀਤਾ ਸੀ ਉਦੋਂ ਇਹੀ ਗੱਲ ਤੇ ਸਮਾਪਤ ਕੀਤਾ ਸੀ ਵੀ ਕੀ ਰਾਜਜੀਤ ਤੱਕ ਕਾਰਵਾਈ ਹੋਊਗੀ, ਉਸ ਤੋਂ ਅੱਗੇ ਵੀ ਕਿਤੇ ਜਾਊਗੀ? ਤੇ ਹੁਣ ਸਰਕਾਰ ਨੇ ਰਾਜਜੀਤ ਨੂੰ ਤਾਂ ਬਰਖਾਸਤ ਕਰ ਦਿੱਤਾ ਹੈ ਤੇ ਕੀ ਹੁਣ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈਗੀ ਹੈ? ਕਿਉਂਕਿ ਪੁੱਛਗਿੱਛ ਹੋਊਗੀ, ਕੇਸ ਨਾਮਜ਼ਦ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਟਾਈਮਿੰਗ ਬੜੀ ਜ਼ਰੂਰੀ ਹੈ ਜਿਸ ਟਾਈਮ ਤੇ ਕੀਤਾ ਗਿਆ, ਕਿਉਂਕਿ ਜਲੰਧਰ ਦੀ ਬਾਈ ਇਲੈਕਸ਼ਨ ਹੈ। ਸਰਕਾਰ ਕੋਲ ਇੱਕ ਸੈਲਿੰਗ ਪੁਆਇੰਟ ਹੋ ਗਿਆ, ਵੱਖ-ਵੱਖ ਮੁੱਦਿਆਂ ਤੇ ਘਿਰੀ ਹੋਈ ਹੈ ਸਰਕਾਰ। ਟ੍ਰੈਜੇਡੀ ਇਹੀ ਹੈ, ਤਰਾਸਦੀ ਇਹੀ ਹੈ ਕਿ ਸਰਕਾਰਾਂ ਯੂਨੀਕ ਸੈਲਿੰਗ ਪੁਆਇੰਟਸ ਉੱਤੇ ਖੇਡ ਰਹੀਆਂ ਨੇ। ਚੋਣਾਂ ਆਉਂਦੀਆਂ ਨੇ, ਚੋਣਾਂ ਤੋਂ ਪਹਿਲਾਂ ਫੈਸਲੇ ਹੋ ਜਾਂਦੇ ਨੇ, ਨਤੀਜਿਆਂ ਤੇ ਪਹੁੰਚਦੀਆਂ ਸਰਕਾਰਾਂ। ਇੰਨੇ ਸਾਲ 2018 ਦੇ ਵਿੱਚ, ਅੱਜ ਆਪਾਂ 2023 ਦੇ ਵਿੱਚ ਇਸ ਦੀ ਗੱਲ ਕਰ ਰਹੇ ਹਾਂ। 2018 ਦੇ ਵਿੱਚ ਇਹ ਜਾਂਚ ਰਿਪੋਰਟ ਜਿਹੜੀ SIT ਨੇ ਪੜਤਾਲ ਕੀਤੀ ਸੀ, ਆਪਣੀ ਸਬਮਿਟ ਕਰਤੀ ਸੀ ਤੇ ਇੰਨੇ ਸਾਲ ਇਹ ਰਿਪੋਰਟ ਜਿਹੜੀ ਹੈ ਇਸ ਨੂੰ ਅਦਾਲਤਾਂ ਦੇ ਠੰਡੇ ਬਸਤਿਆਂ ਦੇ ਵਿੱਚ ਰੱਖਿਆ ਗਿਆ। ਇਹਨਾਂ ਨੂੰ ਖੋਲ੍ਹੇ ਨਹੀਂ ਗਏ, ਲਿਫਾਫੇ ਖੋਲ੍ਹੇ ਨਹੀਂ ਗਏ। ਐਡਾ ਰੌਲਾ ਰੱਪਾ ਆਪਾਂ ਬਰਖਾਸਤ DSP ਬਲਵਿੰਦਰ ਸੇਖੋਂ ਵੱਲੋਂ ਦੇਖਿਆ। ਉਸ ਤੋਂ ਬਾਅਦ ਹੁਣ ਜਲੰਧਰ ਜਿਮਨੀ ਚੋਣ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ। ਮੈਂ ਕਹਿੰਦਾ ਕਿ ਚਲੋ ਚੰਗੀ ਗੱਲ ਹੈ, ਸਰਕਾਰ ਨੇ ਇਹ ਫੈਸਲਾ ਲਿਆ ਹੈ, ਦੇਰ ਹੈ ਦਰੁਸਤ ਹੈ, ਰਿਪੋਰਟ ਖੁੱਲੀ, ਐਕਸ਼ਨ ਹੋਇਆ। ਲੇਕਿਨ ਇਹ ਐਕਸ਼ਨ ਕਿੰਨਾ ਅੱਧਾ ਅਧੂਰਾ, ਤੇ ਇਸ ਦੇ ਵਿੱਚ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਐਡਾ ਵੱਡਾ ਫਾਲਟ ਨਹੀਂ ਮੰਨਦਾ, ਲੇਕਿਨ ਸਾਡਾ ਸਿਸਟਮ ਤੁਸੀਂ ਵੇਖੋ ਵੀ ਹੱਦ ਦਰਜੇ ਦਾ ਜਿਹੜਾ ਅਫਸਰ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜਾ ਕੇ ਉਸ ਦਾ ਬੂਹਾ ਖੜਕਾਉਂਦਾ ਹੈ, ਜੋ ਕਿ ਮੰਗ ਕਰਦਾ ਹੈ ਵੀ ਕਿ ਇਸ ਵਿਸ਼ੇ ਉੱਤੇ ਉਸ ਨੂੰ ਵਿਕਟਮਾਈਜ਼ ਕੀਤਾ ਜਾ ਰਿਹਾ, ਉਸ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਉਸ ਨੂੰ ਬਦਲਾਖੋਰੀ ਦਾ ਨਿਸ਼ਾਨਾ ਪੰਜਾਬ ਪੁਲਿਸ ਦੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਬਣਾ ਰਹੇ ਨੇ। ਉਹ ਸ਼ਖਸ ਹੋਰ ਕੋਈ ਨਹੀਂ, ਰਾਜਜੀਤ ਸਿੰਘ ਇਹੀ IG ਹੁੰਦਾ ਜਿਸ ਨੂੰ ਅੱਜ ਬਰਖਾਸਤ ਕੀਤਾ ਗਿਆ। AIG ਰਾਜਜੀਤ ਸਿੰਘ ਦੇ ਖਿਲਾਫ ਪੜਤਾਲ ਹੋ ਚੁੱਕੀ ਸੀ। ਇੰਸਪੈਕਟਰ ਇੰਦਰਜੀਤ ਨੂੰ ਚੱਕਿਆ ਜਾ ਚੁੱਕਿਆ ਸੀ, STF ਨੇ ਉਸ ਕੋਲੋਂ ਰਿਕਵਰੀਆਂ ਕਰ ਲਈਆਂ ਸੀ। ਟ੍ਰੇਲ ਸਿੱਧੀ ਲੌਜੀਕਲੀ ਲੀਡ ਕਰਦੀ ਪਈ ਸੀ, ਲੇਕਿਨ ਹਾਈ ਕੋਰਟ ਦਾ ਬੂਹਾ ਖੜਕਾ ਦਿੰਦਾ ਹੈ। ਹਾਈ ਕੋਰਟ ਦੇ ਵਿੱਚ SIT ਬਹਿ ਜਾਂਦੀ ਹੈ। SIT 5-5 ਸਾਲ SIT ਨੇ ਆਪਣਾ ਕੰਮ ਕਰਤਾ, ਕੁਝ ਮਹੀਨਿਆਂ ਵਿੱਚ ਰਿਪੋਰਟ ਦੇ ਦਿੱਤੀ ਗਈ, ਸਬਮਿਟ ਕਰਤੀ ਗਈ। ਉਸ ਰਿਪੋਰਟ ਵਿੱਚ ਕਲੀਅਰ ਪਾਇਆ ਗਿਆ ਕਿ ਰਾਜਜੀਤ ਇਸ ਚੀਜ਼ ਨੂੰ ਇੱਕ ਬੇਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਬਦਲਾਖੋਰੀ ਦੀ ਗੱਲਬਾਤ ਕਰਦਾ ਪਿਆ, ਲੇਕਿਨ ਅਸਲ ਦੇ ਵਿੱਚ ਉਸਨੇ ਇਲੀਗਲ ਜਿਹੜਾ ਡਰੱਗ ਮਨੀ ਸੀ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ, ਕਿਸ ਰੂਟ, ਕਿਹੜੇ ਚੈਨਲਾਂ ਤੋਂ ਆਇਆ, ਉਹ ਚੈਨਲ ਸੀ ਇੰਸਪੈਕਟਰ ਇੰਦਰਜੀਤ ਦਾ। ਇੰਦਰਜੀਤ ਅੱਗੇ ਇੱਕ ਬਹੁਤ ਲੰਮਾ ਚੌੜਾ ਆਪਣਾ ਨੈਟਵਰਕ ਚਲਾ ਰਿਹਾ ਸੀ, ਜਿਸ ਵਿੱਚ ਕਿ ਉਹ ਇੱਕ ਪਾਸੇ ਤਾਂ ਜਿਹੜੇ ਡਰੱਗਸ ਦੇ ਤਸਕਰ ਸੀ, ਨਸ਼ੇ ਦੇ ਸਮਗਲਰ ਸੀ, ਉਹਨਾਂ ਦੇ ਖਿਲਾਫ ਦਬਿਸ਼ ਕਰਦਾ ਸੀ ਤੇ ਦੂਸਰੇ ਹੱਥ ਉਹਨਾਂ ਦੇ ਖਿਲਾਫ ਕਮਜ਼ੋਰ ਕੇਸ ਬਣਾ ਰਿਹਾ ਸੀ। ਖੁਦ ਉਸਦੇ ਕੋਲ ਅਖਤਿਆਰ ਨਹੀਂ ਸੀ, ਅਦਾਲਤਾਂ ਵਿੱਚ ਖੜਾ ਵੀ, ਪੇਸ਼ ਵੀ ਨਹੀਂ ਹੋ ਸਕਦਾ ਸੀ ਕਿਉਂਕਿ ਉਸਦਾ ਰੈਂਕ ਹੀ ਨਹੀਂ ਸੀ। ਸੋ ਇਹ ਸਾਰਾ ਦਾ ਸਾਰਾ ਇੱਕ ਅਜਿਹਾ ਸਿਸਟਮ ਚੱਲਦਾ ਪਿਆ ਸੀ ਜਿਸ ਦੇ ਵਿੱਚ ਫਾਇਦਾ ਇੰਸਪੈਕਟਰ ਇੰਦਰਜੀਤ ਨੂੰ ਹੋ ਰਿਹਾ ਸੀ ਤੇ ਰਾਜਜੀਤ ਨੇ ਉਸ ਸਮੇਂ ਦੌਰਾਨ, ਜਿਸ ਦੌਰਾਨ ਤਕਰੀਬਨ 14 ਮਹੀਨੇ ਇੰਸਪੈਕਟਰ ਇੰਦਰਜੀਤ ਨੇ ਉਸ ਦੇ ਹੇਠਾਂ ਕੰਮ ਕੀਤਾ,
ਸਪੈਸ਼ਲੀ ਉਹ ਦੌਰ ਜਦੋਂ ਕਿ ਤਰਨਤਾਰਨ ਦੇ ਐਸਐਸਪੀ ਦੇ ਰੂਪ ਵਜੋਂ ਰਾਜੀਤ ਸਿੰਘ ਨੇ ਕੰਮ ਕੀਤਾ। ਉਸ ਦੌਰ ਦੇ ਵਿੱਚ ਤਕਰੀਬਨ ਕਈ ਅਜਿਹੀਆਂ ਪ੍ਰਾਪਰਟੀ ਸਨ ਜਿਸ ਵਿੱਚ ਕਿ 7 ਕਨਾਲ ਹੁਸ਼ਿਆਰਪੁਰ ਦੀ ਇੱਕ ਪ੍ਰਾਪਰਟੀ ਸੀ, 8 ਕਨਾਲ ਜਲੰਧਰ ਦੀ ਇੱਕ ਪ੍ਰਾਪਰਟੀ ਸੀ ਤੇ 6 ਅਜਿਹੇ ਪਲਾਟ ਸੀਗੇ ਇਕੋ ਸਿਟੀ 2 ਮੋਹਾਲੀ ਦੇ ਵਿੱਚ ਜਿਨ੍ਹਾਂ ਨੂੰ ਡਿਸਪੋਜ਼ ਆਫ ਰਾਜੀਤ ਸਿੰਘ ਨੇ ਕੀਤਾ। ਸੋ ਇਹਨਾਂ ਸੰਪੱਤੀਆਂ ਦਾ ਪੂਰਾ ਵੇਰਵਾ ਛਾਣਬੀਨ ਇਨਕਮ ਟੈਕਸ ਦੀਆਂ ਰਿਪੋਰਟਾਂ ਨੂੰ ਇਸ ਫਾਈਨਲ ਐਸਆਈਟੀ ਦੀ ਰਿਪੋਰਟ ਦੇ ਵਿੱਚ ਆਧਾਰ ਬਣਾਇਆ ਗਿਆ ਹੈ। ਰਾਜੀਤ ਸਿੰਘ ਜਿਸਨੇ ਕਿ ਖੁਦ ਨੂੰ ਨਿਰਦੋਸ਼ ਦੱਸਿਆ ਸੀ ਉਸ ਨੂੰ ਦੋਸ਼ੀ ਸਾਬਤ ਕਰਨ ਦਾ। ਠੀਕ ਹੈ, ਹੁਣ ਪੰਜਾਬ ਸਰਕਾਰ ਨੇ ਇਹ ਕਾਰਵਾਈ ਕਰ ਲਈ ਹੈ। ਰਾਜੀਤ ਸਿੰਘ ਨੂੰ ਤਾਂ ਬਰਖਾਸਤ 5 ਸਾਲ ਪਹਿਲਾਂ ਹੋ ਚੁੱਕੇ ਹੋਣਾ ਚਾਹੀਦਾ ਸੀ, ਉਹ ਹੁਣ ਬਰਖਾਸਤ ਹੁੰਦਾ ਹੈ। ਲੇਕਿਨ ਤੁਸੀਂ ਦੇਖੋ ਕਿ ਇਸ ਰਿਪੋਰਟ 'ਚ ਨਾਲ ਕੀ ਲਿਖਿਆ ਹੋਇਆ ਹੈ। ਰਿਪੋਰਟ ਦੇ ਵਿੱਚ ਨਾਲ ਇਹ ਲਿਖਿਆ ਹੋਇਆ ਹੈ ਕਿ ਇੰਸਪੈਕਟਰ ਇੰਦਰਜੀਤ ਨੇ ਤਾਂ ਸਿਰਫ 14 ਮਹੀਨੇ ਰਾਜੀਤ ਸਿੰਘ ਦੇ ਨਾਲ ਕੰਮ ਕੀਤਾ ਤੇ ਇਹ ਚੀਜ਼ ਖੁਦ ਰਾਜੀਤ ਸਿੰਘ ਕਹਿ ਰਿਹਾ ਹੈ ਕਿ ਉਸਨੇ ਮੇਰੇ ਨਾਲ ਸਿਰਫ 14 ਮਹੀਨੇ ਕੰਮ ਕੀਤਾ, ਲੇਕਿਨ ਉਸਦੀ ਤੁਸੀਂ ਆਪਣੀ ਜੇ ਡਿਊਟੀ ਦੇਖੋ ਤਕਰੀਬਨ ਉਹ 2 ਦਹਾਕੇ ਪੰਜਾਬ ਪੁਲਿਸ ਦੇ ਵਿੱਚ ਕੰਮ ਕਰਦਾ ਰਿਹਾ। ਅਲੱਗ-ਅਲੱਗ ਐਸਐਸਪੀ ਅਲੱਗ-ਅਲੱਗ ਸੀਨੀਅਰ ਅਫਸਰਾਂ ਦੇ ਹੇਠ ਉਸਨੇ ਕੰਮ ਕੀਤਾ ਹੈ। ਜਿਨ੍ਹਾਂ ਨੇ ਕੰਮ, ਜੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਉਸਨੇ ਇੰਨਾ ਕੰਮ ਦਿੱਤਾ ਤਾਂ ਹੋਰ ਅਫਸਰਾਂ ਨੂੰ ਕਿੰਨਾ ਕੰਮ ਦਿੱਤਾ ਹੋਏਗਾ। ਸੋ ਅੱਜ ਉਹੀ ਸਥਿਤੀ ਹੈ ਕਿ ਰਾਜੀਤ ਸਿੰਘ ਨੂੰ ਤਾਂ ਬਰਖਾਸਤ ਕਰਤਾ ਗਿਆ, ਲੇਕਿਨ ਇੰਨੇ ਸਮਿਆਂ ਦੌਰਾਨ ਜਿਹੜੇ ਵੀ ਅਫਸਰਾਂ ਜਿਹੜੇ ਐਸਐਸਪੀ ਜ਼ਿਲ੍ਹਿਆਂ ਦੇ ਰਹੇ ਪੰਜਾਬ ਪੁਲਿਸ ਦੇ ਜਿਨ੍ਹਾਂ ਦੇ ਹੇਠ ਇੰਸਪੈਕਟਰ ਇੰਦਰਜੀਤ ਨੇ ਕੰਮ ਕੀਤਾ, ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਏਗੀ ਨਹੀਂ ਹੋਏਗੀ? ਕਿਉਂਕਿ ਰਿਪੋਰਟ ਦੇ ਵਿੱਚ ਇਹ ਸਾਫ਼ ਕਿਹਾ ਗਿਆ ਹੈ ਕਿ ਇੰਸਪੈਕਟਰ ਇੰਦਰਜੀਤ ਨੇ ਹੋਰ ਅਫਸਰਾਂ ਨੂੰ ਵੀ ਉਸ ਤਰੀਕੇ ਦੀਆਂ ਫੇਵਰਸ ਦਿੱਤੀਆਂ ਹੋ ਸਕਦੀਆਂ ਨੇ ਜਾਂ ਦਿੱਤੀਆਂ ਹੋਣੀਆਂ ਨੇ ਤੇ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਹੋਰ ਜਿਹੜੇ ਅਧਿਕਾਰੀ ਵੱਖ-ਵੱਖ ਸਮਿਆਂ ਦੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ, ਉਹਨਾਂ ਜ਼ਿਲ੍ਹਿਆਂ ਵਿੱਚ ਐਸਐਸਪੀ ਸੀ ਜਿਸ ਵਿੱਚ ਰਾਜੀਤ ਸਿੰਘ ਇੰਸਪੈਕਟਰ ਸੀਆਈਏ ਲਾਇਆ ਗਿਆ, ਉਹਨਾਂ ਅਫਸਰਾਂ ਦੀ ਕੀ ਭੂਮਿਕਾ ਸੀ, ਉਹਨਾਂ ਦੀ ਸੰਪਤੀਆਂ ਦੀ ਇਨਵੈਸਟੀਗੇਸ਼ਨ ਕੀਤੀ ਹੈ। ਸੋ ਇੱਕ ਬਹੁਤ ਵੱਡਾ ਪਿਟਾਰਾ ਜਿਹਨੂੰ ਕਹਿੰਦੇ ਪੈਂਡੋਰਾਸ ਬਾਕਸ ਹੈ, ਇਹ ਖੁੱਲ੍ਹ ਤਾਂ 2018 ਵਿੱਚ ਗਿਆ ਸੀ, ਲੇਕਿਨ ਹਾਈ ਕੋਰਟਾਂ ਵਿੱਚ ਜਾ ਕੇ ਪੂਰੇ ਦੇ ਪੂਰੇ ਪ੍ਰੋਸੈਸ ਨੂੰ ਡਿਲੇ ਕਰਤਾ ਗਿਆ ਤੇ ਹੁਣ ਠੀਕ ਹੈ, ਸਰਕਾਰ ਨੇ ਆਪਣੇ ਵੱਲੋਂ ਸਹੀ ਫੈਸਲਾ ਲਿਆ, ਰਾਜੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਤੇ ਉਹ ਮੈਨੂੰ ਲੱਗਦਾ ਕੋਰਟ ਵੀ ਜਾਏਗਾ, ਹੁਣ ਕੋਸ਼ਿਸ਼ ਕਰੇਗਾ ਇਸ ਕੇਸ ਦੇ ਵਿੱਚ ਚਾਰਾਜ਼ੋਈ ਕਰਨ ਦੀ। ਲੇਕਿਨ ਹੁਣ ਵੱਡੀ ਗੱਲ ਜਿਹੜੀ ਇਸ ਐਸਆਈਟੀ ਦੀ ਰਿਪੋਰਟ ਵਿੱਚ ਆਈ ਹੈ ਉਹ ਹੈ ਕਿ ਇਹੋ ਜਿਹੇ ਤਾਂ ਬਹੁਤ ਸੇ ਅਫਸਰ ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ ਜਿਨ੍ਹਾਂ ਨੇ ਇਸ ਤੋਂ ਵੀ ਜ਼ਿਆਦਾ ਕਾਲੀ ਕਮਾਈ ਕੀਤੀ ਹੋ ਸਕਦੀ ਹੈ। ਜੀ ਤੇਜ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿਉਂਕਿ ਇਹੀ ਗੱਲਾਂ ਸਾਹਮਣੇ ਆ ਰਹੀਆਂ ਵੀ ਇੰਦਰਜੀਤ ਦੀਆਂ ਮਿੰਟਾਂ ਸਕਿੰਟਾਂ 'ਚ ਬਦਲੀਆਂ ਹੋ ਜਾਂਦੀਆਂ ਸੀ ਜਾਂ ਰਾਜੀਤ ਨੂੰ ਵੀ ਪ੍ਰੋਟੈਕਸ਼ਨ ਮਿਲ ਰਹੀ ਸੀ, ਕਿਸੇ ਦੀ ਪੈਟਰੋਨੇਜ ਤਾਂ ਦੋਨਾਂ ਨੂੰ ਹੀ ਸੀਗੀ। ਤਾਂ ਇੱਕ ਸਵਾਲ ਹੋਰ ਵੀ ਵੱਡਾ ਹੈ ਕਿ ਇਸ 'ਚ ਹੋਰ ਕਿਹੜੇ ਵੱਡੇ ਅਫਸਰ ਇਨਵੋਲਵ ਹੋ ਸਕਦੇ ਨੇ ਤੇ ਜਿਹੜਾ ਸਾਰਾ ਪੈਸਾ ਹੈ ਇਹ ਕਿੱਥੇ ਵਰਤਿਆ ਜਾ ਰਿਹਾ ਸੀ, ਕੌਣ ਇਹਨੂੰ ਯੂਜ਼ ਕਰ ਰਿਹਾ ਸੀ? ਇਕੱਲਾ ਇਹ ਇੰਸਪੈਕਟਰ ਇੰਦਰਜੀਤ ਜਾਂ ਰਾਜੀਤ ਤੱਕ ਹੀ ਸੀਮਤ ਸੀ ਕਿ ਉੱਤੇ ਤੱਕ ਵੀ ਜਾ ਰਿਹਾ ਸੀ? ਦੇਖੋ, ਇਹ ਜਿਹੜੀਆਂ ਨਾ ਇਹ ਅਜ਼ੰਪਸ਼ਨਸ ਰਹੀਆਂ ਨੇ ਹੈਗੀਆਂ ਨੇ ਤੇ ਇੱਕ ਨੈਚੁਰਲ ਜੀ ਗੱਲ ਹੁੰਦੀ ਹੈ ਕਿ ਇੱਕ ਜੇ ਐਸਐਸਪੀ ਲੈਵਲ ਦਾ, ਐਸਐਸਪੀ ਰੈਂਕ ਦਾ ਅਧਿਕਾਰੀ ਜਾਂ ਫਿਰ ਉਸ ਤੋਂ ਹੇਠਲੇ ਰੈਂਕ ਦਾ ਅਧਿਕਾਰੀ ਕਰਪਸ਼ਨ ਕਰਦਾ ਪਿਆ ਤੇ ਵੱਡੇ ਪੱਧਰ ਉੱਤੇ ਕਰਪਸ਼ਨ ਕਰਦਾ ਪਿਆ, ਉਸ ਦੇ ਉਤਲੇ ਜਿਹੜੇ ਅਫਸਰ ਹੈਗੇ ਨੇ ਕੀ ਉਸ ਨੂੰ ਦੇਖ ਨਹੀਂ ਰਹੇ, ਮੋਨੀਟਰ ਨਹੀਂ ਕਰ ਰਹੇ? ਹੁਣ ਇੱਥੇ ਤਾਂ ਸਵਾਲ ਉਸ ਵਕਤ ਦੇ ਜਿਹੜੇ ਤਤਕਾਲੀ ਡੀਜੀਪੀ ਰਹੇ, ਸੁਰੇਸ਼ ਅਰੋੜਾ ਸੀਗੇ ਉਸ ਵਕਤ ਡੀਜੀਪੀ, ਹੁਣ ਤੁਸੀਂ ਬਾਈ ਦੈਟ ਵਰਚੂ ਤਾਂ ਤੁਸੀਂ ਕਿਸੇ ਉੱਤੇ ਵੀ ਸਵਾਲ ਖੜਾ ਕਰ ਸਕਦੇ ਹੋ, ਇਸ ਦੇ ਵਿੱਚ ਕੋਈ ਲੰਬੀ ਚੌੜੀ ਗੱਲਬਾਤ ਨਹੀਂ ਹੈ। ਲੇਕਿਨ ਮੁੱਦਾ ਇਹੀ ਹੈ, ਇਹ ਗੱਲਾਂ ਬਾਤਾਂ ਡੀਐਸਪੀ ਬਲਵਿੰਦਰ ਸੇਖੋਂ ਕਰਦੇ ਰਹੇ, ਬਰਖਾਸਤ ਡੀਐਸਪੀ, ਤਾਂ ਹੀ ਕਰਕੇ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਉਹਨਾਂ ਨੇ 2 ਅਫਸਰਾਂ ਦੇ ਨਾਂ ਵੀ ਲਏ, ਠੀਕ ਹੈ ਨਾ। ਲੇਕਿਨ ਇਹ ਹੈ ਵੀ ਸਬੂਤ ਕਿੱਥੇ ਹੈ ਤੇ ਉਹਨਾਂ ਨੂੰ ਲਿੰਕ ਕਿਵੇਂ ਕੀਤਾ ਜਾਏਗਾ, ਜੋੜਿਆ ਕਿਵੇਂ ਜਾਏ? ਹੁਣ ਰਾਜੀਤ ਸਿੰਘ ਦੇਖੋ ਚਾਰਜਸ ਕਿਹਦੇ ਖਿਲਾਫ ਸੀ, ਰੰਗੇ ਹੱਥੀ ਕੌਣ ਫੜਿਆ ਗਿਆ ਸੀ? ਇੰਸਪੈਕਟਰ ਇੰਦਰਜੀਤ ਆਪਣੇ ਘਰੋਂ ਫੜਿਆ ਗਿਆ, ਆਪਣੇ ਘਰੋਂ ਉਸ ਦੇ ਕੇ 47 ਅਸੌਲਟ ਰਾਈਫਲਾਂ ਮਿਲਦੀਆਂ ਨੇ, 7 ਕਿਲੋ ਦੇ ਆਸ-ਪਾਸ ਡਰੱਗਸ ਮਿਲਦੀ ਹੈ, ਸਮੈਕ ਮਿਲਦੀ ਹੈ, ਹੈਰੋਇਨ ਮਿਲਦੀ ਹੈ, ਹੋਰ ਨਸ਼ੀਲੀ ਗੋਲੀਆਂ ਮਿਲਦੀਆਂ, ਇਹ ਸਾਰਾ ਦਾ ਸਾਰਾ ਉਸ ਕੋਲੋਂ ਰਿਕਵਰੀ ਹੁੰਦੀ ਹੈ। ਲੇਕਿਨ ਉਸ ਨੂੰ ਲਿੰਕ ਕੀਤਾ ਗਿਆ ਰਾਜਜੀਤ ਦੇ ਨਾਲ, ਕਿਉਂਕਿ ਰਾਜਜੀਤ ਦੇ ਸਮੇਂ ਦੌਰਾਨ ਜਿਹੜੇ ਕੇਸਿਸ ਇੰਦਰਜੀਤ ਨੇ ਟੇਕ ਅਪ ਕੀਤੇ ਸੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ, ਉਹਨਾਂ ਕੇਸਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਉਹ ਡਰੱਗ ਸਮਗਲਰਾਂ ਨੂੰ ਰਾਹਤ ਮਿਲ ਗਈ, ਖੜ ਨਹੀਂ ਸਕੇ ਕੇਸ। ਸੋ ਇੰਝ ਲੱਗਾ ਕਿ ਸ਼ਾਇਦ ਜਾਣਬੁੱਝ ਕੇ ਕੇਸਾਂ ਨੂੰ ਕਮਜ਼ੋਰ ਕੀਤਾ ਜਾਂਦਾ ਸੀ। ਇੱਕ ਤਾਂ ਇਹ ਵੀ ਫੈਕਟਰ ਸੀ ਵੀ ਕੇਸਾਂ ਨੂੰ ਕਮਜ਼ੋਰ ਕੀਤਾ ਜਾਂਦਾ, ਲੇਕਿਨ ਸਭ ਤੋਂ ਵੱਡੀ ਕੇਸਾਂ ਦੀ ਕਮਜ਼ੋਰੀ ਤਾਂ ਇਹੀ ਹੁੰਦੀ ਸੀ ਕਿ ਇੰਸਪੈਕਟਰ ਇੰਦਰਜੀਤ, ਜੋ ਕਿ ਰੈਂਕ ਦੇ ਵਿੱਚ ਇੰਸਪੈਕਟਰ ਇੰਦਰਜੀਤ ਸੀ, ਸੀਆਈਏ ਦਾ ਇੰਚਾਰਜ ਸੀ, ਲੇਕਿਨ ਉਸ ਦਾ ਅਸਲ ਰੈਂਕ ਦਾ ਇੱਕ ਹੈੱਡ ਕਾਂਸਟੇਬਲ ਦਾ ਸੀ। ਸੋ ਉਸ ਨੂੰ ਤਾਂ ORP ਜਿਹੜੇ ਰੈਂਕ ਦੇ ਕੇ ਬਦੋ ਬਦੀ 2-3 ਪ੍ਰਮੋਸ਼ਨਸ ਦਿੱਤੀਆਂ ਗਈਆਂ, ਕਿਉਂਕਿ ਉਸ ਦੀਆਂ ਰਿਕਵਰੀਆਂ ਐਡੀ ਖੂਬਸੂਰਤ, ਉਸ ਦਾ ਇੱਕ ਰਿਕਾਰਡ ਚੱਲਦਾ ਪਿਆ ਸੀਗਾ। ਸੋ ਅਫਸਰਾਂ ਨੇ ਉਸ ਨੂੰ ਇੱਕ ਤੋਂ ਬਾਅਦ ਇੱਕ ਜਿਹੜੀਆਂ, ਯੂ ਵਾਂਟ ਬਿਲੀਵ ਕਿ ਉਹਦੇ ਖਿਲਾਫ ਉਹ ਖੁਦ ਇੰਸਪੈਕਟਰ ਇੰਦਰਜੀਤ ਹਾਈ ਕੋਰਟਾਂ ਦੇ ਵਿੱਚ ਜਾ ਕੇ ਆਪਣੇ ਜਿਹੜੇ ਰੈਂਕ ਸੀ ਉਹਨਾਂ ਨੂੰ ਬਹਾਲ ਕਰਵਾ ਕੇ ਲਿਆਇਆ, ਕਿਉਂਕਿ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਕਿ ਉਸ ਨੂੰ ਉਹਦੇ ਜਿਹੜੀ ਤਰੱਕੀਆਂ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਨਿਰਸਤ ਕਰਤਾ ਗਿਆ ਸੀ। ਲੇਕਿਨ ਉਹ ਫਿਰ ਹਾਈ ਕੋਰਟ ਜਾਂਦਾ ਹੈ, ਹਾਈ ਕੋਰਟ ਤੋਂ ਆਰਡਰ ਲੈ ਕੇ ਉਹ ਫਿਰ ਆਪਣੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਪੋਜੀਸ਼ਨ ਬਹਾਲ ਕਰਾਉਣ 'ਚ ਕਾਮਯਾਬ ਰਹਿੰਦਾ ਹੈ। ਇਹ ਗੱਲ ਫੈਕਟ ਹੈ ਕਿ ਉਸ ਨੂੰ ਇੱਕ ਪਰਟੀਕੂਲਰ DGP ਦੇ ਸਮੇਂ ਦੇ ਦੌਰਾਨ ਹੀ ਨਾ ਸਿਰਫ ਇਹ ORP ਰੈਂਕ ਦਿੱਤੇ ਗਏ, ਬਲਕਿ ਉਸ ਨੂੰ ਅਲੱਗ-ਅਲੱਗ ਅਫਸਰਾਂ ਦੇ ਹੇਠ ਕੰਮ ਕਰਨ ਦਾ ਮੌਕਾ ਵੀ ਮਿਲਿਆ ਤੇ ਉਸ ਨੇ ਉਹ ਰਿਕਵਰੀਆਂ ਕਰਕੇ ਦਿਖਾਈਆਂ ਵੀ। ਲੇਕਿਨ ਕੁੰਡੀ ਉੱਥੇ ਫਸਦੀ ਸੀ ਜਦੋਂ ਅਦਾਲਤਾਂ ਦੇ ਵਿੱਚ ਚਾਰਾਜ਼ੋਈ ਕਰਨੀ ਹੁੰਦੀ ਸੀ, ਮੁਕੱਦਮੇਬਾਜ਼ੀ ਹੁੰਦੀ ਸੀ। ਮੁਕੱਦਮੇਬਾਜ਼ੀ 'ਚ ਤਰਨਤਾਰਨ ਦੇ ਜਿਹੜੇ 3-4 ਕੇਸਿਸ ਸੀ, ਜਿਸ ਦੀ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਬਾਅਦ ਦੇ ਵਿੱਚ SSP ਆਏ, ਰਾਜੀਤ ਸਿੰਘ ਤੋਂ ਬਾਅਦ ਇੱਕ ਹੋਰ SSP ਆਏ ਸੀ,
ਉਹਨਾਂ ਦੀ ਇੱਕ ਜਾਂਚ ਕਮੇਟੀ ਬੈਠੀ ਸੀ ਜ਼ਿਲ੍ਹਾ ਪੱਧਰ ਦੀ, ਉਸਨੇ ਪਾਇਆ ਸੀ ਪਹਿਲੀ ਵਾਰ ਕਿ ਇਹ ਕੇਸ ਡਿੱਗ ਕਿਤੇ ਕਿਉਂ ਪਏ ਨੇ, ਇਹ ਐਡੀਆਂ ਵੱਡੀ ਡਰੱਗਸ ਦੀਆਂ ਰਿਕਵਰੀਆਂ ਨੇ ਲੇਕਿਨ ਅਦਾਲਤਾਂ ਦੇ ਵਿੱਚ ਇਹ ਕੇਸ ਡਿੱਗੀ ਜਾ ਰਹੇ ਨੇ। ਸੋ ਡਿੱਗਣ ਦਾ ਕਾਰਨ ਬਾਅਦ ਦੇ ਵਿੱਚ ਆਇਡੈਂਟੀਫਾਈ ਹੋਇਆ ਕਿ ਜਿਹੜਾ ਅਫਸਰ ਹੈ ਖੁਦ ਵੀ ਇੱਕ ਦਾਗੀ ਅਫਸਰ ਤਾਂ ਸੀ, ਬਲਕਿ ਇਹ ਰੈਂਕ ਦੇ ਵਿੱਚ ਓਡਾ ਵੱਡਾ ਸੀਨੀਅਰ ਅਫਸਰ ਨਹੀਂ ਸੀ ਕਿ ਇਹ ਕੋਰਟਾਂ ਦੇ ਵਿੱਚ ਜਾ ਕੇ ਚਾਰਾਜ਼ੋਈ ਕਰ ਸਕੇ। ਸੋ ਫਿਰ ਇਸ ਨੂੰ ਕਰਨ ਕੌਣ ਦੇ ਰਿਹਾ ਸੀ? ਸੋ ਉਹੀ ਸਵਾਲ ਖੜਾ ਹੋਇਆ ਕਿ ਇੰਸਪੈਕਟਰ ਇੰਦਰਜੀਤ ਨੇ ਇਕੱਲੇ ਤਰਨਤਾਰਨ ਜਾਂ ਰਾਜਜੀਤ ਸਿੰਘ ਦੇ ਕਾਰਜਕਾਲ ਦੌਰਾਨ ਹੀ ਨਸ਼ੇ ਦੀ ਤਸਕਰੀ ਦੇ ਕੇਸ ਨਹੀਂ ਰਿਕਵਰ ਕੀਤੇ ਜਾਂ ਉਹਨਾਂ ਦੀ ਧਰਪਕੜ ਨਹੀਂ ਕੀਤੀ। ਇਨਫੈਕਟ ਰਾਜਾ ਕੰਡੋਲਾ ਦਾ ਇੱਕ ਬਹੁਤ ਵੱਡਾ, ਜਿਸਨੂੰ ਮੈਂ ਤਾਂ ਕਹਿੰਦਾ ਪੰਜਾਬ ਦਾ ਅਲਚੈਪੋ, ਲੇਕਿਨ ਉਸ ਦੀ ਇੱਕ ਬਹੁਤ ਵੱਡੀ ਫੈਕਟਰੀ ਫੜੀ ਜਾਂਦੀ ਹੈ ਸਿੰਥੈਟਿਕ ਡਰੱਗਸ ਦੀ ਜਲੰਧਰ ਤੋਂ। ਉਸ ਕੇਸ ਦੇ ਵਿੱਚ ਰਾਜਾ ਕੰਡੋਲਾ ਜਿਹੜਾ ਹੈ ਉਹ ਬਰੀ ਹੋ ਚੁੱਕਾ ਹੈ। ਉਹ ਕੇਸ ਕਿਹਦਾ ਸੀਗਾ, ਕਿਹਨੇ ਕਰੈਕ ਕੀਤਾ ਸੀ? ਇੰਸਪੈਕਟਰ ਇੰਦਰਜੀਤ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਧਿਆਨ ਨਾਲ ਜਾਓਗੇ ਤੇ ਗਹਿਰਾਈ ਦੇ ਵਿੱਚ ਜਾਵੇ, ਕਿਉਂਕਿ ਨਾਰਮਲੀ ਅਸੀਂ ਐਜ਼ ਮੀਡੀਆ ਵੀ ਉਨੀ ਗਹਿਰਾਈ ਦੇ ਵਿੱਚ ਜਾਂਦੇ ਨਹੀਂ ਹੈ। ਬਹੁਤ ਸੇ ਅਜਿਹੇ ਕੇਸ ਜਿਨ੍ਹਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਤਾਂ ਬਹੁਤ ਵੱਡੀਆਂ ਖਬਰਾਂ ਲੱਗੀਆਂ ਕਿ ਇੰਸਪੈਕਟਰ ਇੰਦਰਜੀਤ ਨੇ ਇੰਨੇ ਕਿਲੋ ਦੀ ਰਿਕਵਰੀ ਕੀਤੀ। ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਹਰਦਿਆਲ ਸਿੰਘ ਮਾਨ ਤੋਂ ਬਾਅਦ ਪੰਜਾਬ ਪੁਲਿਸ ਦਾ ਸਭ ਤੋਂ ਜ਼ਿਆਦਾ ਜਿਹੜੇ ਚਿੱਟੇ ਦੀ, ਸਮੈਕ ਦੀ, ਹੈਰੋਇਨ ਦੀ ਜਾਂ ਨਾਰਕੋਟਿਕਸ ਡਰੱਗ ਦੀ ਰਿਕਵਰੀ ਦਾ ਰੈਕੋਰਡ ਹੈ ਉਹ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਂ ਬੋਲਦਾ। ਤੇ ਏਸੀ ਉਸਨੇ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਪਲੀ ਵੀ ਲਈ, ਮੈਂ ਤਾਂ ਕਿ ਨਸ਼ੇ ਦੇ ਖਿਲਾਫ ਜੀ ਬਹੁਤ ਵੱਡੀ ਕਾਰਵਾਈ ਕੀਤੀ ਹੈ, ਲੇਕਿਨ ਜਿੰਨਾ ਉਹ ਫੜਦਾ ਸੀ ਉਸ ਤੋਂ ਜ਼ਿਆਦਾ ਸ਼ਾਇਦ ਉਹ ਕੱਢਦਾ ਰਿਹਾ। ਸੋ ਇਹੀ ਕਾਰਨ ਸੀ ਕਿ ਉਸਦੇ ਜਿਹੜੇ ਸੁਪੀਰੀਅਰ ਅਫਸਰ ਰਹੇ। ਤੁਸੀਂ ਜਿਹੜੇ ਉਤਲੇ ਅਫਸਰਾਂ ਦੀ ਗੱਲ ਕੀਤੀ ਹੈ ਉਸ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਹੁਣ ਟੌਪ ਲੈਵਲ ਦੇ ਅਫਸਰਾਂ ਨੂੰ ਆਪਾਂ ਕਿਵੇਂ ਲਿੰਕ ਕਰ ਸਕਦੇ ਹਾਂ, ਲੇਕਿਨ ਬੜੀ ਵੱਡੀ ਗੱਲ ਜੋ SIT ਨੇ ਸਾਹਮਣੇ ਕਹੀ ਹੋਈ ਹੈ, ਇਹ ਤਾਂ ਹੁਣ ਸਰਕਾਰ ਦੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਕਿ ਕੀ ਉਹਨਾਂ ਅਫਸਰਾਂ ਜਿਹੜੇ ਸਮਿਆਂ ਦੇ ਉੱਤੇ ਇੰਸਪੈਕਟਰ ਇੰਦਰਜੀਤ ਜਿੱਥੇ ਤੈਨਾਤ ਰਿਹਾ, ਕਿਹੜੇ SSP ਉਹਦੇ ਉੱਤੇ ਸੀ, ਕਿਹੜੇ SP ਉਹਦੇ ਉੱਤੇ ਸੀ, ਉਹਨਾਂ ਦੀ ਕੋਈ ਸੂਚੀ ਬਣਾਏ ਤੇ ਉਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਕਰੇ। ਤੇ ਇਹੀ ਸਿੱਟ ਨੇ ਰਿਕਮੈਂਡ ਕੀਤਾ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ, ਇੱਕ ਵੱਖਰੀ ਜਾਂਚ ਹੋਣੀ ਚਾਹੀਦੀ ਹੈ। ਲੇਕਿਨ ਇੱਥੇ ਤਾਂ ਤੁਸੀਂ ਇੱਕ ਪੜਤਾਲ ਕਰਨ ਦੇ ਵਿੱਚ ਇੰਨੇ ਸਾਲ ਲਾਤੇ, ਐਡੀ ਸਿਆਸਤ ਹੋਈ, ਐਡਾ ਰੌਲਾ ਰੱਪਾ ਪਿਆ, ਇੱਕ ਬੰਦੇ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ, ਉਸ ਤੋਂ ਬਾਅਦ ਜਾ ਕੇ ਅਦਾਲਤ ਨੇ ਇਹ ਜਿਹੜੇ ਲਿਫਾਫੇ ਖੋਲ੍ਹੇ ਨੇ। ਸੋ ਭਵਿੱਖ ਦੇ ਵਿੱਚ ਤੁਸੀਂ ਕਿੰਨੀਆਂ ਕੁ ਪੜਤਾਲਾਂ ਕਰਾ ਲਓਗੇ, ਇਹਦੇ ਲਈ ਸਰਕਾਰ ਦੀ ਵਿਲ ਪਾਵਰ ਕਿੰਨੀ ਕੁ ਹੈ, ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ। ਜੋ ਸਰਕਾਰ ਦੇ ਹਾਵ ਭਾਵ ਲੱਗ ਰਹੇ ਹੈਗੇ ਹੈ ਵੀ ਉਹ ਜਲੰਧਰ ਚੋਣ 'ਚ ਇਸ ਮੁੱਦੇ ਨੂੰ ਲੈ ਕੇ ਜਾਣਗੇ ਤੇ ਇਹਨੂੰ ਆਪਣੀ ਪ੍ਰਾਪਤੀ ਦੱਸਣਗੇ ਵੀ ਅਸੀਂ ਪਰਵਾਹ ਨਹੀਂ ਕਰਦੇ, ਅਸੀਂ ਦੇਖੋ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ। ਡਰੱਗਸ ਦਾ ਮੁੱਦਾ ਪੰਜਾਬ 'ਚ ਬਹੁਤ ਵੱਡਾ ਮੁੱਦਾ ਹੈਗਾ। ਕੀ ਇਸ ਮੁੱਦੇ ਨਾਲ, ਇਸ ਸੈਲਿੰਗ ਪੁਆਇੰਟ ਨਾਲ ਉਹ ਵੋਟਾਂ ਨੂੰ ਤਬਦੀਲ ਕਰਾ ਸਕਣਗੇ? ਇਸ ਦੇ ਪੋਲੀਟੀਕਲ ਇੰਪਲੀਕੇਸ਼ਨ ਜਾਂ ਰੈਪਰਕਸ਼ਨ ਤੁਹਾਨੂੰ ਕੀ ਲੱਗਦੇ, ਨਤੀਜੇ ਕੀ ਹੋ ਸਕਦੇ? ਕੀ ਸਰਕਾਰ ਦੇ ਹੱਕ 'ਚ ਜਾ ਸਕਦੇ ਨੇ? ਨਹੀਂ, ਦੇਖੋ ਸਰਕਾਰ ਨੇ ਤਾਂ ਆਪਣਾ ਕੰਮ ਕੀਤਾ। ਮੈਂ ਇਹ ਨਹੀਂ ਕਹਾਂਗਾ ਇਹਦੇ ਪੋਲੀਟੀਕਲ ਇੰਪਲੀਕੇਸ਼ਨ ਹੋਰ ਸਰਕਾਰ ਕੀ ਕਰ ਸਕਦੀ ਸੀ। ਜੇ ਸਰਕਾਰ ਇਹ ਕਾਰਵਾਈ ਨਾ ਕਰਦੀ ਤਾਂ ਫਿਰ ਸਾਡੇ ਵਰਗੇ ਪੱਤਰਕਾਰਾਂ ਨੇ ਸਰਕਾਰ ਨੂੰ ਕ੍ਰਿਟੀਸਾਈਜ਼ ਕਰ ਰਹੇ ਹੋਣਾ ਸੀ, ਇੱਥੇ ਬਹਿ ਕੇ ਕਹਿਣਾ ਸੀ ਦੇਖੋ ਸਰਕਾਰ SIT ਦੇ ਉੱਤੇ ਪੜਤਾਲ ਨਹੀਂ ਕਰ ਲਈ। DSP ਜਿਹੜੇ ਬਰਖਾਸਤ ਬਲਵਿੰਦਰ ਸੇਖੋਂ ਜੇਲ੍ਹ ਦੇ ਵਿੱਚ ਇਹੀ ਰੌਲਾ ਪਾਉਂਦੇ ਚਲੇ ਗਏ। ਹੁਣ ਲਿਫਾਫੇ ਖੁੱਲ੍ਹ ਗਏ, ਰਾਜਜੀਤ ਸਿੰਘ ਬਰਖਾਸਤ ਹੋ ਗਿਆ ਅਤੇ ਹੁਣ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਨਾ ਆਪਾਂ ਨੂੰ ਕਰਨੀ ਚਾਹੀਦੀ ਹੈ, ਨਾ ਆਪਾਂ ਨੂੰ ਇਹ ਕਹਿਣ ਦਾ ਹੱਕ ਹੈ ਕਿ ਜੀ ਨਹੀਂ ਤੁਸੀਂ ਚੋਣਾਂ ਤੋਂ ਪਹਿਲਾਂ ਕਰ ਰਹੇ ਹੋ, ਬਾਅਦ ਦੇ ਵਿੱਚ ਕਰ ਰਹੇ ਹੋ। ਉਹ ਇੱਕ ਕੋਇਨਸੀਡੈਂਸਿਸ ਹੈਗੇ ਨੇ। ਵੱਡੀ ਗੱਲ ਹੈ ਕਿ ਰਾਜਜੀਤ ਸਿੰਘ 'ਤੇ ਕਾਰਵਾਈ ਹੋਈ ਹੈ, ਲੇਕਿਨ ਇਹ ਕਾਰਵਾਈ ਤਾਂ 2018 ਦੇ ਵਿੱਚ ਹੋ ਹੀ ਚੁੱਕੀ ਸੀ। ਰਾਜਜੀਤ ਸਿੰਘ ਦੇ ਖਿਲਾਫ ਤਾਂ ਕੰਮ ਹੋ ਚੁੱਕਾ ਸੀ, ਉਸ ਵਕਤ STF ਨੇ ਕਰਤਾ ਸੀ, ਲੇਕਿਨ ਉਹ ਤਾਂ ਕੋਰਟ ਚਲਾ ਗਿਆ, ਉਸਨੇ ਚੀਜ਼ ਨੂੰ ਹੋਲਡ ਕਰ ਲਿਆ। ਬਹੁਤ ਸੀਨੀਅਰ ਪੱਧਰ ਦੇ DGP ਪੱਧਰ ਦੇ ਅਧਿਕਾਰੀਆਂ ਦੇ ਅਫਸਰਾਂ ਦੇ ਨਾਂ ਆ ਗਏ। ਮਾਮਲਾ ਐਡਾ ਸੈਂਸਿਟਿਵ ਹੋ ਗਿਆ ਕਿ ਉਹ ਕੇਸਾਂ ਨੂੰ ਦਬਾ ਕੇ ਰੱਖਣ ਦੇ ਵਿੱਚ ਹੀ ਸਿਸਟਮ ਦਾ ਪੂਰਾ ਜ਼ੋਰ ਲੱਗ ਗਿਆ ਤੇ ਐਡੇ ਰੌਲੇ ਰੱਪੇ ਤੋਂ ਬਾਅਦ ਹੁਣ ਕੇਸ ਖੁੱਲ੍ਹੇ ਨੇ। ਸੋ ਸਰਕਾਰ ਨੂੰ ਫਾਇਦਾ ਹੋਣਾ ਨਾ ਫਾਇਦਾ ਹੋਣਾ ਵੱਖਰਾ ਇਸ਼ੂ ਹੈ, ਲੇਕਿਨ ਹਾਂ ਇੰਨਾ ਜ਼ਰੂਰ ਹੈ ਕਿ ਔਨ ਰਿਕਾਰਡ ਸਰਕਾਰ ਇਹ ਕਹਿਣ ਜੋਗੀ ਜ਼ਰੂਰ ਹੋਗੀ ਕਿ ਡਰੱਗਸ ਦੇ ਵਿਸ਼ਿਆਂ ਦੇ ਉੱਤੇ ਤੁਸੀਂ ਕੀ ਕੀਤਾ, ਅਸੀਂ ਜੀ ਇੱਕ ਐਕਸ਼ਨ ਲਿਆ, ਰਾਜਜੀਤ ਸਿੰਘ ਨੂੰ ਬਰਖਾਸਤ ਕਰਤਾ ਹੈ। ਲੇਕਿਨ ਹੁਣ ਅਗਲਾ ਸਵਾਲ ਇਹ ਹੈ, ਜਿਹੜੀ ਐਕਸਪੈਕਟੇਸ਼ਨ ਲੌਜੀਕਲ ਸਵਾਲ ਹੋਣਾ ਚਾਹੀਦਾ ਸਾਡਾ ਤੁਹਾਡਾ, ਕਿ ਕੀ ਇਸ ਮਾਮਲੇ ਦੇ ਵਿੱਚ ਕੋਈ ਹੋਰ ਉੱਚ ਪੱਧਰੀ ਪੜਤਾਲ ਹੋਣੀ ਚਾਹੀਦੀ ਹੈ? ਕਿਉਂਕਿ SIT ਇਹ ਕਹਿ ਰਹੀ ਹੈ ਆਪਣੀ ਰਿਪੋਰਟ ਦੇ ਵਿੱਚ, ਉਸਨੇ ਜ਼ਿਕਰ ਕੀਤਾ ਹੈ ਕਿ ਬਹੁਤ ਸੇ ਹੋਰ ਅਜਿਹੇ ਅਫਸਰ ਹੈਗੇ ਨੇ ਜਿਹੜੇ ਕਿ ਇਸੇ ਤਰਜ਼ ਦੇ ਉੱਤੇ ਰਾਜਜੀਤ ਸਿੰਘ ਦੀ ਹੀ ਤਰ੍ਹਾਂ ਬਹੁਤ ਕਾਲੀਆਂ ਕਮਾਈਆਂ ਕਰ ਚੁੱਕੇ ਸੀ, ਜਾਂ ਇੰਦਰਜੀਤ ਸਿੰਘ ਨੇ ਜਿੰਨੀਆਂ ਵੀ ਛਾਪੇਮਾਰੀਆਂ ਕੀਤੀਆਂ, ਨਸ਼ੇ ਦੀ ਖੇਪਾਂ ਫੜੀਆਂ, ਉਹਨਾਂ ਦਾ ਲਾਹਾ ਜਿਹੜਾ ਸੀਗਾ, ਉਹਦਾ ਕਾਲਾ ਜਿਹੜਾ ਪੈਸਾ ਸੀ, ਤਸਕਰਾਂ ਨੂੰ ਬੈਨੀਫਿਟ ਪਹੁੰਚਾਉਣ ਦਾ, ਉਹਨਾਂ ਕੇਸਾਂ ਵਿੱਚੋਂ ਬਚਾ ਕੇ ਕੱਢਣ ਦਾ, ਉਸ ਦੇ ਬੈਨੀਫਿਸ਼ਰੀਜ਼ ਹੋ ਸਕਦੇ ਨੇ। ਹੁਣ ਸਵਾਲ ਤਾਂ ਹੈ ਕਿ ਤੁਸੀਂ ਰਾਜਜੀਤ ਸਿੰਘ ਤੋਂ ਅੱਗੇ ਤੁਰੋਗੇ ਜਾਂ ਨਹੀਂ ਤੁਰੋਗੇ, ਕਿਉਂਕਿ ਜਿੱਥੇ ਤੱਕ ਰਾਜਜੀਤ ਸਿੰਘ ਦੀ ਬਰਖਾਸਤਗੀ ਦੇ ਇਸਦੇ ਪ੍ਰਾਪਤੀ ਦੇ ਰੂਪ ਵਿੱਚ ਦਰਸਾਉਣ ਦੀ ਗੱਲ ਹੈ, ਇਹ ਕੋਈ ਪ੍ਰਾਪਤੀ ਨਹੀਂ ਹੈ। 2018 ਦੇ ਵਿੱਚ ਪੰਜਾਬ ਦੀ ਜਿਹੜੀ ਡਰੱਗ ਟਾਸਕ ਫੋਰਸ ਸੀ ਉਸਨੇ ਇੰਨਾ ਕੰਮ ਕਰ ਚੁੱਕਾ ਸੀ। ਜੇ ਹਾਈ ਕੋਰਟ ਨਾ ਜਾਂਦਾ ਤਾਂ ਮਸਲਾ ਖਤਮ ਸੀਗਾ। ਸੋ ਇਹ ਕੰਮ ਤਾਂ 2018 ਵਿੱਚ ਹੋ ਗਿਆ ਸੀ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਤੇ ਹੋ ਚੁੱਕਾ ਸੀ ਇੱਕ ਤਰੀਕੇ ਨਾਲ, ਜੇ ਕਾਨੂੰਨੀ ਅੜਚਨਾਂ ਨਾ ਪਾਈਆਂ ਜਾਂਦੀਆਂ, ਅੜਿੱਕੇ ਨਾ ਪਾਏ ਜਾਂਦੇ। ਲੇਕਿਨ ਹੁਣ ਸਵਾਲ ਹੈ ਕਿ ਲਕੀਰ ਨੂੰ ਹੋਰ ਤੁਸੀਂ ਅੱਗੇ ਲਿਜਾ ਸਕਦੇ ਹੋ। ਇਕੱਲਾ ਰਾਜਜੀਤ ਸਿੰਘ ਹੀ ਰਡਾਰ 'ਤੇ ਆਏਗਾ, ਇਕੱਲਾ ਇੱਕ ਹੀ AIG ਹੈ ਪੰਜਾਬ ਦੇ? ਵੱਖ-ਵੱਖ AIG DIG ਜਾਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ SSP ਉਹਨਾਂ ਦਿਨਾਂ ਦੇ ਵਿੱਚ ਸਮਿਆਂ ਦੇ ਵਿੱਚ ਤੈਨਾਤ ਰਹੇ, ਕੀ ਤੁਸੀਂ ਉਹਨਾਂ ਦੇ ਉੱਤੇ ਅੱਜ ਹੱਥ ਪਾਉਣ ਦੀ ਹਿੰਮਤ ਰੱਖਦੇ ਹੋ?
ਜਾਂ ਇਸ ਤਰੀਕੇ ਦੀ ਤੁਹਾਡੀ ਇੱਛਾ ਸ਼ਕਤੀ ਹੈ। ਵੱਡਾ ਹੁਣ ਸਵਾਲ ਹੈ, ਜੇ ਆਪਾਂ ਪੁੱਛਣਾ ਚਾਹੀਏ ਤਾਂ ਆਪਾਂ ਸਵਾਲ ਸਰਕਾਰ ਤੋਂ ਇਹ ਜ਼ਰੂਰ ਪੁੱਛੀਏ। ਬਾਕੀ ਠੀਕ ਹੈ, ਸਰਕਾਰ ਨੇ ਜਿਹੜਾ ਸਿਆਸੀ ਲਾਹਾ ਲੈਣਾ ਜੇ ਉਸ ਨੂੰ ਮਿਲਦਾ ਹੈ ਉਹ ਕਿਉਂ ਨਹੀਂ ਲੈਗੀ। ਹਰ ਪਾਰਟੀ ਲੈਂਦੀ ਹੈ ਤੇ ਇਹ ਵੀ ਪਾਰਟੀ ਤੇ ਸੱਤਾਧਾਰੀ ਪਾਰਟੀ ਕੋਲ ਹੱਕ ਹੈ ਇਸ ਚੀਜ਼ ਨੂੰ ਕਹਿਣ ਦਾ ਕਿ ਅਸੀਂ ਰਿਪੋਰਟਾਂ ਖੋਲ੍ਹੀਆਂ ਤੇ ਐਕਸ਼ਨ ਲਿਆ ਜੀ। ਤੇ ਰਿਤੇਸ਼ ਜੀ, ਇੰਸਪੈਕਟਰ ਇੰਦਰਜੀਤ ਦੀ ਜੇ ਗੱਲ ਕਰੀਏ, ਜਿਹੜੀ ਰਿਪੋਰਟ ਹੈ ਉਹਦੇ ਅੰਦਰ ਇਹ ਵੀ ਗੱਲ ਕਹੀ ਗਈ ਹੈ ਵੀ ਭੋਲੇ ਭਾਲੇ ਲੋਕਾਂ ਦੇ ਉੱਤੇ ਝੂਠੇ ਮੁੱਠੇ ਪਰਚੇ ਪਾ ਦੇਣੇ, ਬਲੈਕਮੇਲਿੰਗ ਕਰਨੀ ਤੇ ਨਾਲ ਉਹਨਾਂ ਤੋਂ ਐਕਸਟੋਰਸ਼ਨ ਕਰਨੀ। ਜੇ ਪੁਲਿਸ ਦੇ ਅੰਦਰ ਹੀ ਇਹੋ ਜਿਹੇ ਐਲੀਮੈਂਟ ਮੌਜੂਦ ਨੇ ਤਾਂ ਲੋਕ ਸਿਸਟਮ ਨੂੰ ਟਰਸਟ ਕਿਵੇਂ ਕਰਨਗੇ, ਪੁਲਿਸ ਤੇ ਵਿਸ਼ਵਾਸ ਕਿਵੇਂ ਕਰਨਗੇ। ਪੁਲਿਸ ਵਾਲਿਆਂ 'ਚ ਇਹ ਸਾਰੀ ਪੁਲਿਸ ਨਹੀਂ, ਪਰ ਇਹੋ ਜਿਹੇ ਐਲੀਮੈਂਟਸ ਹੈਗੇ ਜਿਹੜੇ ਬਲੈਕਮੇਲ ਕਰ ਰਹੇ ਸੀਗੇ ਵੱਡੇ ਪੱਧਰ ਤੇ, ਲੋਕਾਂ ਨੂੰ ਨਾਮਜ਼ਦ ਕਰ ਦਿੰਦੇ ਤੇ ਫਿਰ ਐਕਸਟੋਰਟ ਕਰਦੇ ਮਨੀ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ। ਇਨਫੈਕਟ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਨਸ਼ੇ ਦਾ ਕਾਰੋਬਾਰ ਹੀ ਪੁਲਿਸ ਕਰਾਉਂਦੀ ਹੈ। ਮਤਲਬ ਆਈ ਡੋਂਟ ਵਾਂਟ ਟੂ ਜਨਰਲਾਈਜ਼ ਇਟ ਟੂ ਆਲ ਦ ਪੁਲਿਸ ਆਫਿਸਰਸ, ਲੇਕਿਨ ਜੇ ਪੁਲਿਸ ਤੇ ਕੁਝ ਕਰਪਟ ਇਹੋ ਜਿਹੇ ਦਾਗੀ ਅਫਸਰ ਨਾ ਚਾਹਣ ਤੇ ਮੁੱਠੀ ਭਰੀ ਅਫਸਰ ਹੁੰਦੇ ਨੇ। ਦੇਖੋ, ਸਾਰੇ ਬਾਈ ਐਂਡ ਲਾਰਜ ਪੁਲਿਸ ਫੋਰਸ ਬੜੀ ਇੱਕ ਕਾਬਲ ਅਫਸਰਾਂ ਦੀ, ਇੱਕ ਚੰਗੀ ਇੰਟੈਗ੍ਰਿਟੀ ਵਾਲੇ ਪੁਲਿਸ ਅਫਸਰ ਹੈਗੇ ਨੇ। ਪੰਜਾਬ ਪੁਲਿਸ ਦੇ ਵਿੱਚ ਵੀ ਉਹ ਲੋਕ ਹੈਗੇ ਨੇ, ਲੇਕਿਨ ਕੁਝ ਅਜਿਹੇ ਦਾਗੀ ਕਹਿੰਦੇ ਵੀ ਖਰਾਬ ਲੋਕ ਹੁੰਦੇ ਨੇ ਜਿਹੜੇ ਕਿ ਪੂਰੇ ਦੇ ਪੂਰੇ ਸਮੁੰਦਰ ਨੂੰ ਖਰਾਬ ਕਰ ਦਿੰਦੇ ਨੇ। ਸੋ ਇੰਸਪੈਕਟਰ ਇੰਦਰਜੀਤ ਪ੍ਰੀਸਾਈਸਲੀ ਉਹ ਕੈਟੇਗਰੀ ਦਾ ਅਫਸਰ ਸੀ। ਸੋ ਉਸ ਨੇ, ਲੇਕਿਨ ਤੁਸੀਂ ਇਹ ਦੇਖੋ ਵੀ ਅਜਿਹੇ ਬਲੂ ਆਈਡ ਬॉय ਸੀਗਾ ਇੰਸਪੈਕਟਰ ਇੰਦਰਜੀਤ, ਤੇ ਕਿਹਦਾ ਬਲੂ ਆਈਡ ਬॉय ਸੀ? ਜਿਹੜਾ ਵੀ ਐਸਐਸਪੀ ਉਹਦੇ ਉੱਤੇ ਆਂਦਾ ਸੀ, ਅੱਗੇ ਉਹ ਗਾਂ ਐਸਐਸਪੀ ਜਿਹੜੇ ਸੀ ਉਹ ਅਗਲੇ ਅਫਸਰਾਂ ਦੇ ਬਲੂ ਆਈਡ ਬॉय ਸੀ। ਹੁਣ ਰਾਜਜੀਤ ਸਿੰਘ ਦੀ ਆਪਾਂ ਗੱਲ ਕਰ ਰਹੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਨੂੰ ਪਰਸਪੈਕਟਿਵ ਬਿਲਡ ਜ਼ਰੂਰ ਕਰਦੀ ਕਿ ਰਾਜਜੀਤ ਸਿੰਘ ਦੀ ਭੂਮਿਕਾ ਕੀ ਸੀ। ਰਾਜਜੀਤ ਸਿੰਘ ਨੇ ਪੰਜਾਬ ਦੇ ਵਿੱਚ ਟਾਰਗੇਟਡ ਕਿਲਿੰਗਸ ਦੇ ਜਿਹੜੇ ਕੇਸਿਸ ਹੋਏ ਸੀ 2015-16 ਦੇ ਵਿੱਚ, ਜਿਸ ਵਿੱਚ ਕਿ ਬ੍ਰਿਗੇਡੀਅਰ ਗਗਨੇਜਾ ਤੋਂ ਲੈ ਕੇ ਕਈ ਹੋਰ ਹਿੰਦੂ ਜਥੇਬੰਦੀਆਂ ਦੇ ਲੀਡਰ ਨੂੰ ਮਾਰਿਆ ਸੀ, ਉਸ ਦਾ ਇੱਕ ਬਹੁਤ ਇੰਪੋਰਟੈਂਟ ਕਰੈਕ ਜਿਹੜੀ ਲੀਡ ਕੱਢੀ ਗਈ ਸੀ। ਇਹ ਮੋਗਾ ਦੇ ਵਿੱਚ ਵੀ ਐਸਐਸਪੀ ਰਹੇ ਰਾਜਜੀਤ ਸਿੰਘ, ਤੇ ਖੰਨੇ ਦੇ ਵਿੱਚ ਵੀ ਕੁਝ ਲਿਮਿਟਿਡ ਸਮੇਂ ਲਈ ਰਹੇ ਸੀ। ਸੋ ਖੰਨੇ ਦੇ ਵਿੱਚ ਵੀ ਤੁਹਾਨੂੰ ਯਾਦ ਹੈ ਇੱਕ ਹਿੰਦੂ ਲੀਡਰ ਦੀ ਮੌਤ ਹੋਈ ਸੀ। ਸੋ ਉਸ ਵਕਤ ਦੇ ਵਿੱਚ ਇਹਨਾਂ ਨੇ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਉਹ ਬਹੁਤ ਪੰਜਾਬ ਲਈ ਇੱਕ ਵੱਡਾ ਕੇਸ ਸੀ। ਸੋ ਬਿਕੋਜ਼ ਆਫ ਦੈਟ ਇੱਕ ਬਹੁਤ ਮੇਜਰ ਇਨਵੈਸਟੀਗੇਸ਼ਨ ਨੂੰ ਲੀਡ ਕਰਕੇ ਇਹਨਾਂ ਨੇ ਟਾਰਗੇਟਡ ਕਿਲਿੰਗਸ ਦੇ ਕੇਸਿਸ ਕੱਢੇ, ਜਿਸ ਕਾਰਨ ਕਿ ਮੰਨਿਆ ਗਿਆ ਕਿ ਇੱਕ ਬੜੇ ਐਫੀਸ਼ੀਐਂਟ ਆਫਿਸਰ ਉਸ ਐਂਗਲ ਤੋਂ ਦੇਖੇ ਗਏ, ਤਫਤੀਸ਼ ਦੇ ਐਂਗਲ ਤੋਂ। ਸੋ ਇਹੀ ਕਾਰਨ ਮੰਨਿਆ ਗਿਆ ਵੀ ਇਹਨਾਂ ਦੀ ਜਿਹੜੀ ਨੇੜਤਾ ਸੀ ਉਸ ਵਕਤ ਡੀਜੀਪੀ ਸੁਰੇਸ਼ ਅਰੋੜਾ ਦੇ ਨਾਲ ਜੋੜ ਕੇ ਦੇਖੀ ਗਈ। ਉਸ ਵਕਤ ਤੁਹਾਨੂੰ ਯਾਦ ਹੋਏਗਾ ਕਿ ਤਸਵੀਰਾਂ ਆਈਆਂ ਜਦੋਂ ਕਿ ਪੁਲਿਸ ਵੱਲੋਂ ਡਿਨਰ ਦਿੱਤੇ ਗਏ ਆਪਣੇ ਅਫਸਰਾਂ ਨੂੰ। ਸੋ ਰਾਜਜੀਤ ਸਿੰਘ ਵਾਜ਼ ਇਨ ਦ ਫੋਰਫਰੰਟ। ਉਸ ਵਕਤ ਤੱਕ ਇਹ ਰੌਲਾ ਪਿਆ ਨਹੀਂ ਸੀਗਾ। ਇਹ ਮੈਂ 2016-17 ਦੇ ਆਸ-ਪਾਸ ਦੀ ਗੱਲ ਕਰ ਰਿਹਾ, ਕਿਉਂਕਿ ਜਦੋਂ ਟਾਰਗੇਟਡ ਕਿਲਿੰਗਸ ਦੇ ਕੇਸਾਂ ਨੂੰ ਕਰੈਕ ਕਰਨ ਦਾ ਸਮਾਂ ਆਇਆ ਤਾਂ ਰਾਜਜੀਤ ਸਿੰਘ ਦੀ ਇਨਵੈਸਟੀਗੇਸ਼ਨ ਨੇ ਉਸ ਪੂਰੀ ਦੀ ਪੂਰੀ ਲੜੀ ਦੀ ਸ਼ੁਰੂਆਤ ਕੀਤੀ। ਮੈਂ ਨਹੀਂ ਕਹਾਂਗਾ ਇਹ ਸਾਰੇ ਕੇਸ ਕਰੈਕ ਕੀਤੇ, ਲੇਕਿਨ ਜਿਹੜੀ ਮੇਨ ਬ੍ਰੇਕ ਪੰਜਾਬ ਪੁਲਿਸ ਨੂੰ ਮਿਲੀ ਉਹ ਇੱਥੋਂ ਮਿਲੀ, ਇਹਨਾਂ ਦੀ ਇਨਵੈਸਟੀਗੇਸ਼ਨ ਤੋਂ ਮਿਲੀ। ਸੋ ਇਹ ਕਾਰਨ ਸੀ ਜਿਸ ਦੇ ਕਾਰਨ ਕਿ ਉਸ ਦੀ ਆਇਡੈਂਟੀਫਿਕੇਸ਼ਨ ਸੀਨੀਅਰ ਅਫਸਰਾਂ ਨਾਲ ਹੋਈ, ਲੇਕਿਨ ਬਾਅਦ ਦੇ ਵਿੱਚ ਜਦੋਂ ਉਸ ਨੂੰ ਤਰਨਤਾਰਨ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤੇ ਇਹ ਚੀਜ਼ ਜਿਹੜੀ ਇੱਕ ਕੋਇਨਸੀਡੈਂਸ ਤਾਂ ਨਹੀਂ ਸੀ, ਇਤਫਾਕ ਨਹੀਂ ਸੀ, ਬਲਕਿ ਇਹਦੇ ਪਿੱਛੇ ਇੱਕ ਪਲਾਨ ਸੀ ਕਿ ਇੰਦਰਜੀਤ ਸਿੰਘ ਇਹਦੇ ਅੰਡਰ ਕੰਮ ਕੀਤਾ ਤੇ ਉਸਨੇ ਉਸ ਕੰਮਕਾਜ ਦੇ ਦੌਰਾਨ ਬਹੁਤ ਅਜਿਹੀਆਂ ਗੜਬੜੀਆਂ ਕੀਤੀਆਂ ਤੇ ਬਾਅਦ ਦੇ ਵਿੱਚ ਹੁਣ ਜੋ ਚੀਜ਼ਾਂ ਔਨ ਰਿਕਾਰਡ ਤੇ ਹੈਗੀਆਂ ਨੇ, ਸਾਰੇ ਇੱਕੋ ਸਿਟੀ ਦੇ 5 ਪਲਾਟ ਬੋਲਦੇ ਹੈਗੇ ਨੇ। 5 ਪਲਾਟਾਂ ਨੂੰ ਕੁਛ ਇਹਨਾਂ ਦੇ ਵਾਈਫ ਦੇ ਨਾਂ ਤੇ ਸੀ, ਕੁਛ ਹੋਰਾਂ ਦੇ ਨਾਂ ਤੇ ਸੀ। ਇਹਨਾਂ ਨੂੰ ਉਹ 14 ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਡਿਸਪੋਜ਼ ਆਫ ਕੀਤਾ ਗਿਆ। ਮੈਂ ਇਹ ਦੱਸ ਰਿਹਾ ਕਿ ਐਸਆਈਟੀ ਨੇ ਜਿਹੜੀ ਪੜਤਾਲ ਕੀਤੀ, ਇਨਕਮ ਟੈਕਸ ਨੇ ਵੀ ਉਹਨੂੰ ਪੈਰਲਲੀ ਐਗਜ਼ਾਮਿਨ ਕੀਤਾ। ਇਸ ਸਵਾ ਸਾਲ ਦੇ ਵਕਫੇ ਦੇ ਦੌਰਾਨ ਹੀ ਜ਼ਿਆਦਾਤਰ ਪ੍ਰਾਪਰਟੀਆਂ ਖਰੀਦੀਆਂ ਤੇ ਅੱਗੇ ਡਿਸਪੋਜ਼ ਆਫ ਕੀਤੀਆਂ ਗਈਆਂ। ਸੋ ਇਹ ਬੇਸ ਬਣਿਆ ਕਿ ਰਾਜਜੀਤ ਸਿੰਘ ਦੀ ਜਿਹੜੀ ਪੂਰੀ ਦੀ ਪੂਰੀ ਵਰਕਿੰਗ ਸੀ ਉਸ ਦੇ ਉੱਤੇ ਸਵਾਲ ਵੀ ਖੜੇ ਹੋਏ ਤੇ ਨਿਰਣਾਇਕ ਤਰੀਕੇ ਦੇ ਨਾਲ ਡਿਸਾਈਸਿਵਲੀ ਐਸਆਈਟੀ ਨੇ ਉਹਨਾਂ ਨੂੰ ਇੰਡਾਈਟ ਕੀਤਾ ਕਿ ਹਾਂਜੀ ਇਹ ਦਾਗੀ ਅਫਸਰ ਹੈ, ਇਸ ਨੂੰ ਬਰਖਾਸਤ ਕਰਨਾ ਬਣਦਾ ਹੈ। ਸੋ ਉਸ ਤਰੀਕੇ ਦੇ ਨਾਲ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ। ਲੇਕਿਨ ਲਾਰਜਰ ਕੁਐਸਚਨ ਰਿਮੇਨਸ ਤੇ ਜਿਹੜੀ ਦਾਗੀ ਅਫਸਰਾਂ ਦੀ ਗੱਲ ਹੈ ਉਹ ਬਹੁਤ ਵੱਡਾ ਐਸਾ ਸਰਕਟ ਹੈ ਜਿਸ ਵਿੱਚ ਕਿ ਬਹੁਤ ਅਜਿਹੇ ਅਫਸਰ ਨੇ ਜੋ ਕਿ ਖਾਸ ਕਰਕੇ ਬਾਰਡਰ ਇਲਾਕਿਆਂ ਦੇ। ਆਪਾਂ ਦੇਖੋ ਕਈ ਗੈਂਗਸਟਰਸ ਦੇ ਇੰਟਰਵਿਊ ਆਪਾਂ ਕੀਤੇ ਵੀ ਨੇ, ਆਪਾਂ ਸੁਣੇ ਵੀ ਉਹਨਾਂ ਦੇ ਮੂੰਹੋਂ ਗੱਲਾਂ ਬਾਤਾਂ, ਉਹਨਾਂ ਨੇ ਤਾਂ ਪੁਲਿਸ ਅਫਸਰਾਂ ਦੇ ਨਾਂ ਤੱਕ ਵੀ ਲਏ ਨੇ ਕਿ ਸਾਨੂੰ ਚਿੱਟਾ ਵੇਚਣ ਨੂੰ ਮਜਬੂਰ ਕਰਦੇ ਨੇ ਸੀ। ਬਥੇਰੇ ਜਿਹੜੇ ਨਾਰਮਲ ਸਧਾਰਨ ਛੋਟੇ-ਮੋਟੇ ਝਗੜਿਆਂ ਦੇ ਵਿੱਚ ਇਨਵੋਲਵਡ ਲੋਕ ਸੀ ਉਹ ਵੱਡੇ ਕ੍ਰਿਮੀਨਲ ਬਣਦੇ ਅੱਜ ਖਤਰਨਾਕ ਅੱਤਵਾਦੀ ਬਣ ਚੁੱਕੇ ਨੇ। ਲਖਵੀਰ ਸਿੰਘ ਲੰਡੇ ਹਰੀਕੇ ਵਰਗੇ, ਤੇ ਉਹਨੇ ਆਪਣੇ ਮੂੰਹੋਂ ਕਿਹੜੇ ਅਫਸਰਾਂ ਦੇ ਨਾਂ ਨਹੀਂ ਲਏ ਨੇ। ਸੋ ਅੱਜ ਉਹਨਾਂ ਅਫਸਰਾਂ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ। ਤੇ ਉਹ ਜਿਵੇਂ ਐਸਆਈਟੀ ਨੇ ਲਿਖਿਆ ਹੋਇਆ ਤੇ ਸਵਾਲ ਇਹੀ ਖੜਾ ਹੁੰਦਾ ਕਿ ਸਰਕਾਰ ਨੇ ਉਹਨਾਂ ਕੁ ਤਾਂ ਕੰਮ ਕਰਤਾ ਜਿੰਨਾ ਕੁ ਪਹਿਲਾਂ ਦੀਆਂ ਸਰਕਾਰਾਂ ਤੇ ਉਹਨਾਂ ਦੀ ਸਿੱਟਾਂ ਨੇ ਕੀਤਾ ਸੀ। ਹੁਣ ਆਪਣੇ ਵੱਲੋਂ ਤੁਸੀਂ ਕੀ ਕਰੋਗੇ, ਕਿਉਂਕਿ ਇਹ ਅੱਗੇ ਇੱਕ ਪੁਲੰਦਾ ਹੈ, ਇਟ ਇਜ਼ ਅ ਪੈਂਡੋਰਾਸ ਬਾਕਸ। ਜੇ ਖੁੱਲ੍ਹਦਾ ਤਾਂ ਬਹੁਤ ਅੱਗੇ ਤੱਕ ਜਾਣਾ ਹੈ, ਲੇਕਿਨ ਇਸ ਨੂੰ ਖੋਲ੍ਹਣ ਦੀ ਹਿੰਮਤ ਕਿਸ ਵਿੱਚ ਹੈ? ਜੀ, ਤਾਂ ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ, ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।